सत श्री अकाल दोस्तों। किताब शुभ इच्छावां, लेखक नरिंदर सिंह कपूर। इसका चौथा लेख भूत प्रेत। भूत प्रेत मनुख दे अंदरले डर दा बाहरमुखी प्रगटावा हुंदे हन। आत्म विश्वास वाला मनुख भूतां प्रेतां तो नहीं डरदा। उत्पादक रिश्ते, प्राकृतिक स्थितियां, धर्म, इतिहास, विद्या दा पੱਧਰ आदि पक्ष भूतां प्रेतां संबंधी संकल्प उसारण जां भूतां प्रेतां तो मुक्त होने विच अहम रोल अदा करते हैं। जीवन प्रति दृष्टिकोण अते उपजीविका के साधन साडी निराशता जां आत्म विश्वास नूं निर्धारित करते हैं। निराश व्यक्ति की कमज़ोर सोच उंज ही भूत प्रेत सिरजदी रहिंदी है। प्रकृतिक स्थितियां भी भूत प्रेत की सिरजना विच रोल अदा करदियां हन। भूत प्रेत हनेरियां थावां ਅਤੇ ਕਾਲੀਆਂ ਰਾਤਾਂ ਦੇ ਵਾਸੀ ਹੁੰਦੇ ਹਨ। ਜਿੱਥੇ ਜਿੱਥੇ ਹਨੇਰਾ ਖਤਮ ਹੋ ਰਿਹਾ ਹੈ, ਉੱਥੇ ਉੱਥੇ ਭੂਤ ਪ੍ਰੇਤ ਵੀ ਖਤਮ ਹੋ ਰਹੇ ਹਨ। ਧਰਮ ਮਨੁੱਖ ਨੂੰ ਨਰਕ ਦੇ ਡਰਾਵੇ ਦਿੰਦਾ ਅਤੇ ਉਸ ਦੀ ਸੋਚ ਨੂੰ ਕਮਜ਼ੋਰ ਕਰਦਾ ਹੈ। ਧਰਮ ਫੈਲਿਆ ਹੀ ਉੱਥੇ ਹੈ ਜਿੱਥੇ ਲੋਕ ਸਰੀਰਕ ਅਤੇ ਸੋਚ ਦੇ ਪੱਖੋਂ ਕਮਜ਼ੋਰ ਹਨ। ਕਮਜ਼ੋਰ ਵਿਅਕਤੀ ਡਰਪੋਕ ਹੁੰਦਾ ਹੈ, ਇਸੇ ਕਰਕੇ ਉਹ ਵਧੇਰੇ ਧਾਰਮਿਕ ਹੁੰਦਾ ਹੈ। ਨਾਸਤਿਕ ਬਣ ਹੀ ਹੋ ਸਕਦਾ ਹੈ ਜਿਹੜਾ ਸਰੀਰਕ ਪੱਖੋਂ ਅਤੇ ਸੋਚ ਪੱਖੋਂ ਸ਼ਕਤੀਸ਼ਾਲੀ ਹੋਵੇ। ਅਜਿਹਾ ਵਿਅਕਤੀ ਭੂਤ ਪ੍ਰੇਤਾਂ ਕੀ ਉਹ ਰੱਬ ਦੀ ਪਰਵਾਹ ਵੀ ਨਹੀਂ ਕਰਦਾ। ਜੇ ਸਾਡੇ ਇਤਿਹਾਸ ਦਾ ਆਧਾਰ ਧਰਮ ਹੈ ਤਾਂ ਸਾਡੇ ਜੀਵਨ ਵਿੱਚ ਵਹਿਮ ਭਰਮ ਆਮ ਹੋਣਗੇ। ਭੂਤ ਪ੍ਰੇਤ ਵਹਿਮਾਂ ਭਰਮਾਂ ਦੀ ਉਪਜ ਹੁੰਦੇ ਹਨ। ਅਨਪੜ੍ਹ ਵਿਅਕਤੀ ਅੰਧ ਵਿਸ਼ਵਾਸੀ ਹੋਣ ਕਾਰਨ ਭੂਤ ਪ੍ਰੇਤਾਂ ਦੀਆਂ ਕਹਾਣੀਆਂ ਨੂੰ ਝੱਟ ਮੰਨ ਜਾਂਦਾ ਹੈ। ਭੂਤ ਪ੍ਰੇਤ ਚਿੰਬੜਦੇ ਹੀ ਅਨਪੜ੍ਹਾਂ ਨੂੰ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਭੂਤ ਵਧੇਰੇ ਚਿੰਬੜਦੇ ਹਨ। ਸ਼ਹਿਰੀਆਂ ਦੇ ਮੁਕਾਬਲੇ ਪੇਂਡੂਆਂ ਨੂੰ ਭੂਤਾਂ ਪ੍ਰੇਤਾਂ 'ਤੇ ਵਧੇਰੇ ਵਿਸ਼ਵਾਸ ਹੁੰਦਾ ਹੈ। ਮਨੁੱਖ ਦਾ ਆਪਣੇ ਆਪ ਵਿੱਚ ਵਿਸ਼ਵਾਸ ਅਜੇ ਇਸ ਹੱਦ ਤੱਕ ਨਹੀਂ ਉਸਰਿਆ ਕਿ ਉਹ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਵੇ। ਅੰਧ ਵਿਸ਼ਵਾਸਾਂ ਦੇ ਵਿਰੋਧ ਕਾਰਨ ਸਮਾਜਵਾਦੀ ਦੇਸ਼ਾਂ ਵਿੱਚ ਭੂਤ ਪ੍ਰੇਤ ਜਾਣ ਤੋਂ ਡਰਦੇ ਹਨ। ਦੂਜੇ ਪਾਸੇ ਸਰਮਾਏਦਾਰੀ ਦੇਸ਼ਾਂ ਵਿੱਚ ਕਈ ਇਮਾਰਤਾਂ ਇਸ ਲਈ ਖਾਲੀ ਪਈਆਂ ਹਨ ਕਿਉਂਕਿ ਉਹਨਾਂ ਵਿੱਚ ਭੂਤ ਰਹਿੰਦੇ ਹਨ। ਭੂਤ ਪ੍ਰੇਤ ਮਨ ਦਾ ਵਹਿਮ ਹਨ, ਹਨੇਰਿਆਂ ਤੋਂ ਉਪਜਿਆ ਡਰ ਹਨ, ਇਕੱਲੇ ਹੋਣ ਦੀ ਸਥਿਤੀ ਵਿੱਚ ਮਨੁੱਖ ਦੇ ਨਿਆਸਰੇਪਣ ਦਾ ਪ੍ਰਗਟਾਵਾ ਹਨ। ਬੁੱਢੀ ਉਮਰ ਵਿੱਚ ਮਰਨ ਵਾਲੇ ਵਿਅਕਤੀ ਦਾ ਭੂਤ ਨਹੀਂ ਬਣਦਾ। ਭੂਤ ਪ੍ਰੇਤ ਬਣਦੇ ਹੀ ਅਸਾਧਾਰਨ ਅਤੇ ਅਸੰਤੁਸ਼ਟ ਮੌਤਾਂ ਤੋਂ ਹਨ। ਜਦੋਂ ਮਨ ਵਿੱਚ ਕੋਈ ਸਹਿਮ ਬੈਠ ਜਾਵੇ ਤਾਂ ਇਹ ਕਈ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ ਅਤੇ ਭੂਤ ਪ੍ਰੇਤ ਵੀ ਇੱਕ ਰੂਪ ਹਨ। ਵਹਿਮਾਂ ਭਰਮਾਂ ਵਿੱਚ ਰਹਿਣ ਵਾਲੇ ਲੋਕ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਵਧਾ ਚੜ੍ਹਾ ਕੇ ਦੱਸਦੇ ਹਨ। ਅਜਿਹੇ ਵਿਅਕਤੀ ਕਹਿਣਗੇ ਕਿ ਭੂਤਾਂ ਦਾ ਪਰਛਾਵਾਂ ਨਹੀਂ ਹੁੰਦਾ, ਭੂਤ ਸਦਾ ਪੁੱਠਾ ਤੁਰਦਾ ਹੈ, ਇਹ ਆਪਣੇ ਸ਼ਿਕਾਰ ਲੱਭ ਹੀ ਲੈਂਦਾ ਹੈ। ਇਹੀ ਲੋਕ ਕਹਿਣਗੇ ਕਿ ਭੂਤ ਅੱਗ ਤੋਂ ਡਰਦਾ ਹੈ, ਅਰਥਾਤ ਰੌਸ਼ਨੀ ਤੋਂ ਦੌੜਦਾ ਹੈ। ਇਸੇ ਲਈ ਮੜੀ ਉੱਤੇ ਦੀਵਾ ਬਾਲਿਆ ਜਾਂਦਾ ਹੈ ਅਤੇ ਨਵ ਜੰਮੇ ਬੱਚੇ ਦੇ ਕਮਰੇ ਵਿੱਚ ਰਾਤ ਨੂੰ ਕੋਈ ਨਾ ਕੋਈ ਰੌਸ਼ਨੀ ਰੱਖੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰੇਤ ਧਾਤ ਤੋਂ ਡਰਦਾ ਹੈ, ਇਸ ਲਈ ਮੁੰਦਰੀ ਜਾਂ ਕੜਾ ਪਾਇਆ ਜਾਂਦਾ ਹੈ ਅਤੇ ਨਵ ਜਨਮੇ ਬਾਲ ਦੇ ਬਿਸਤਰੇ ਨੇੜੇ ਕੁਹਾੜੀ ਜਾਂ ਕੋਈ ਹੋਰ ਲੋਹੇ ਦੀ ਚੀਜ਼ ਰੱਖੀ ਜਾਂਦੀ ਹੈ। ਇਹ ਵਹਿਮ ਵੀ ਹੈ ਕਿ ਭੂਤ ਪ੍ਰੇਤ ਗਲੇ, ਗੁੱਟ ਜਾਂ ਗਿੱਟੇ ਨੂੰ ਪਕੜਦੇ ਹਨ। ਇਸੇ ਲਈ ਬਚਾਓ ਵਾਸਤੇ ਔਰਤਾਂ ਇਹਨਾਂ ਥਾਵਾਂ 'ਤੇ ਗਹਿਣੇ ਪਾਉਂਦੀਆਂ ਹਨ ਕਿਉਂਕਿ ਵਿਸ਼ਵਾਸ ਹੈ ਕਿ ਭੂਤ ਚਮਕਦਾਰ ਚੀਜ਼ਾਂ ਤੋਂ ਭੱਜਦੇ ਹਨ। ਭਾਰਤ ਵਿੱਚ ਭੂਤ ਚਿੱਟੇ ਕੱਪੜੇ ਪਾਉਂਦੇ ਹਨ ਜਦੋਂ ਕਿ ਯੂਰਪ ਵਿੱਚ ਕਾਲੇ। ਭਾਰਤ ਵਿੱਚ ਚਿੱਟੇ ਕੱਪੜੇ ਸਾਡੇ ਦੇਸ਼ ਦੇ ਪੌਣ ਪਾਣੀ ਅਨੁਸਾਰ ਸੁਖਾਵੇਂ ਹਨ। ਸਾਡੇ ਭੂਤ ਵੀ ਕੱਪੜੇ ਪਾਉਣ ਵਿੱਚ ਪੌਣ ਪਾਣੀ ਦਾ ਖਿਆਲ ਰੱਖਦੇ ਹਨ। ਚਿੱਟੇ ਕੱਪੜਿਆਂ ਦਾ ਇੱਕ ਕਾਰਨ ਇਹ ਹੈ ਕਿ ਅਸੀਂ ਅਚੇਤ ਹੀ ਚਿੱਟੇ ਕੱਪੜੇ ਪਾਉਣ ਵਾਲੇ ਬਾਬਿਆਂ ਤੋਂ ਡਰਦੇ ਹਾਂ। ਬੱਚਿਆਂ ਦੇ ਮਨ ਵਿੱਚ ਚਿੱਟੇ ਕੱਪੜਿਆਂ ਵਾਲੇ ਡਾਕਟਰ ਦਾ ਡਰ ਬਚਪਨ ਵਿੱਚ ਹੀ ਬਹਿ ਜਾਂਦਾ ਹੈ। ਸਾਡੇ ਦੇਸ਼ ਵਿੱਚ ਮੁਰਦੇ ਨੂੰ ਚਿੱਟੇ ਕੱਪੜੇ ਪਵਾਏ ਜਾਂਦੇ ਹਨ। ਯੂਰਪ ਵਿੱਚ ਠੰਡ ਕਾਰਨ ਗੂੜੇ ਜਾਂ ਕਾਲੇ ਕੱਪੜੇ ਪਾਏ ਜਾਂਦੇ ਹਨ। ਉੱਥੇ ਭੂਤ ਵੀ ਇਹੀ ਕੱਪੜੇ ਪਹਿਨਦੇ ਹਨ। ਉਂਝ ਕਾਲਾ ਰੰਗ ਭੇਤ, ਜਾਦੂ, ਧੋਖੇ, ਮੌਤ ਆਦਿ ਦਾ ਵੀ ਰੰਗ ਹੈ। ਅਸੀਂ ਜਿਉਂਦਿਆਂ ਤੋਂ ਨਹੀਂ ਡਰਦੇ ਪਰ ਮੁਰਦੇ ਤੋਂ ਇਸ ਲਈ ਡਰਦੇ ਹਾਂ ਕਿ ਕਿਧਰੇ ਉੱਠ ਕੇ ਚਿੰਬੜ ਹੀ ਨਾ ਜਾਵੇ। ਭੂਤ ਪ੍ਰੇਤ ਅਸਲ ਵਿੱਚ ਸਾਡੇ ਮਨ ਅੰਦਰ ਬੈਠੇ ਮੌਤ ਦੇ ਡਰ ਅਤੇ ਮਰ ਜਾਣ ਦੇ ਸਹਿਮ ਵਿੱਚੋਂ ਉਪਜਦੇ ਹਨ। ਦੋਸਤੋ ਧਿਆਨ ਨਾਲ ਸੁਣਿਓ, ਭੂਤ ਪ੍ਰੇਤ ਅਸਲ ਵਿੱਚ ਸਾਡੇ ਮਨ ਅੰਦਰ ਬੈਠੇ ਮੌਤ ਦੇ ਡਰ ਅਤੇ ਮਰ ਜਾਣ ਦੇ ਸਹਿਮ ਵਿੱਚੋਂ ਉਪਜਦੇ ਹਨ। ਪੰਜਾਬ ਵਿੱਚ ਭੂਤ ਪੰਜਾਬੀ ਬੋਲਦੇ ਹਨ ਜਦੋਂ ਕਿ ਬਿਹਾਰ ਦੇ ਭੂਤ ਹਿੰਦੀ ਬੋਲਦੇ ਹਨ।
ਉਪਰੋਕਤ ਚਰਚਾ ਦਾ ਉਦੇਸ਼ ਇਹ ਸਿੱਧ ਕਰਨਾ ਹੈ ਕਿ ਭੂਤ ਪ੍ਰੇਤ ਵਿਸ਼ੇਸ਼ ਇਲਾਕੇ ਦੇ ਲੋਕਾਂ ਦੇ ਡਰ ਅਤੇ ਸਹਿਮ ਦਾ ਹੀ ਪ੍ਰਗਟਾਵਾ ਹੁੰਦੇ ਹਨ। ਘਰ ਵਿੱਚ ਇਕੱਲੇ ਹੋਣ ਦੀ ਸੂਰਤ ਵਿੱਚ ਉਂਝ ਹੀ ਡਰ ਲੱਗਦਾ ਰਹਿੰਦਾ ਹੈ। ਡਰ ਦਾ ਅਸਲ ਕਾਰਨ ਅਤੇ ਸਰੋਤ ਮੌਤ ਹੈ। ਅਸੀਂ ਮੌਤ ਤੋਂ ਡਰਦੇ ਹਾਂ ਅਤੇ ਭੂਤ ਪ੍ਰੇਤ ਮੌਤ ਨਾਲ ਸੰਬੰਧਿਤ ਹੋਣ ਕਾਰਨ ਸਾਡੇ ਲਈ ਡਰ ਦਾ ਕਾਰਨ ਬਣਦੇ ਹਨ। ਭੂਤ ਪ੍ਰੇਤ ਆਪਣੇ ਜਾਣੂਆਂ ਪਛਾਣੂਆਂ ਨੂੰ ਹੀ ਮਿਲਦੇ ਹਨ। ਕਾਤਲ ਨੂੰ ਕਤਲ ਹੋਏ ਵਿਅਕਤੀ ਦਾ ਭੂਤ ਮਿਲਦਾ ਹੈ। ਭੂਤ ਇਸ ਵਹਿਮ ਦੀ ਉਪਜ ਹਨ ਕਿ ਜਦੋਂ ਤੱਕ ਆਤਮਾ ਨੂੰ ਮੁਕਤੀ ਨਹੀਂ ਮਿਲਦੀ, ਆਤਮਾ ਭਟਕਦੀ ਰਹਿੰਦੀ ਹੈ ਅਤੇ ਭਟਕਣ ਦੌਰਾਨ ਇਹ ਕਿਸੇ ਵੀ ਸਰੀਰ ਵਿੱਚ ਪ੍ਰਵੇਸ਼ ਕਰਕੇ ਨਿਵਾਸ ਕਰ ਸਕਦੀ ਹੈ। ਮਰਨ ਉਪਰੰਤ ਸੰਸਕਾਰ ਦੀਆਂ ਸਾਰੀਆਂ ਰਸਮਾਂ ਆਤਮਾ ਦੀ ਮੁਕਤੀ ਜਾਂ ਗਤੀ ਦੇ ਹੀ ਉਪਰਾਲੇ ਹੁੰਦੇ ਹਨ, ਅਰਥਾਤ ਆਤਮਾ ਭੂਤ ਬਣ ਕੇ ਭਟਕਦੀ ਨਾ ਰਹੇ। ਜਦੋਂ ਕੋਈ ਵਿਅਕਤੀ ਕਿਸੇ ਥਾਂ ਉੱਤੇ ਮਰਦਾ ਹੈ ਤਾਂ ਉਸ ਥਾਂ ਉੱਤੇ ਕੋਈ ਧਾਰਮਿਕ ਰਸਮ ਕਰਕੇ ਜਾਂ ਪੂਜਾ ਪਾਠ ਕਰਕੇ ਉਸ ਥਾਂ ਜਾਂ ਭਵਨ ਨੂੰ ਭੂਤ ਪ੍ਰੇਤ ਦੇ ਪ੍ਰਭਾਵ ਤੋਂ ਮੁਕਤ ਕਰਾ ਲਿਆ ਜਾਂਦਾ ਹੈ। ਇਸੇ ਲਈ ਰਾਤ ਵੇਲੇ ਮਸਾਣਾ ਜਾਂ ਕਬਰਾਂ ਕੋਲੋਂ ਲੰਘਦਿਆਂ ਅਸੀਂ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਜਾਂਦੇ ਹਾਂ। ਸਾਡੇ ਸਮਾਜ ਵਿੱਚ ਔਰਤ ਦੀ ਸਥਿਤੀ ਹੀ ਕੁਝ ਅਜਿਹੀ ਹੈ ਕਿ ਪੁਰਸ਼ ਨੇ ਉਸ ਦੀ ਸੋਚ ਨੂੰ ਬਲਵਾਨ ਹੋਣ ਹੀ ਨਹੀਂ ਦਿੱਤਾ। ਔਰਤ ਦੀ ਬਿਮਾਰੀ ਜਾਣੇ ਬਿਨਾਂ ਹੀ ਫਤਵਾ ਦੇ ਦਿੱਤਾ ਜਾਂਦਾ ਹੈ ਕਿ ਇਸ ਉੱਤੇ ਕਿਸੇ ਰੂਹ ਦਾ ਪਰਛਾਵਾਂ ਹੈ। ਇਹ ਪਰਛਾਵਾਂ ਕਿਸੇ ਅਸੰਤੁਸ਼ਟ ਰੂਹ ਦਾ ਹੀ ਹੁੰਦਾ ਹੈ ਅਤੇ ਡੇਰਿਆਂ ਦੇ ਚੱਕਰ ਕੱਟਣੇ ਸ਼ੁਰੂ ਹੋ ਜਾਂਦੇ ਹਨ। ਡੇਰਿਆਂ ਵਿੱਚ ਭੂਤ ਕੱਢਣ ਦੇ ਜਿਹੜੇ ਢੰਗ ਵਰਤੇ ਜਾਂਦੇ ਹਨ, ਉਹਨਾਂ ਦਾ ਅਸਲ ਉਦੇਸ਼ ਮਰੀਜ਼ ਨੂੰ ਥਕਾਉਣਾ ਅਤੇ ਸੌਣਾ ਹੁੰਦਾ ਹੈ। ਹੌਲੀ ਹੌਲੀ ਮਰੀਜ਼ ਔਰਤ ਦਾ ਆਪਣੀ ਸਥਿਤੀ ਨਾਲ ਸਮਝੌਤਾ ਹੋ ਜਾਂਦਾ ਹੈ ਅਤੇ ਉਹ ਠੀਕ ਹੋ ਜਾਂਦੀ ਹੈ। ਜੇ ਕਿਸੇ ਔਰਤ ਦੀ ਸੰਤਾਨ ਨਹੀਂ ਬਚਦੀ ਤਾਂ ਉਹ ਇਸ ਦੇ ਅਸਲ ਕਾਰਨ ਨੂੰ ਜਾਣੇ ਬਿਨਾਂ ਆਪਣੀ ਅਨਪੜ੍ਹਤਾ ਕਾਰਨ ਦੋਸ਼ ਕਿਸੇ ਹੋਰ ਨੂੰ ਦੇਣ ਲੱਗ ਪੈਂਦੀ ਹੈ ਅਤੇ ਉਸ ਦਾ ਮਾਨਸਿਕ ਸੰਤੁਲਨ ਵਿਗੜਦਾ ਕਾਬੂ ਤੋਂ ਬਾਹਰ ਹੋ ਜਾਂਦਾ ਹੈ। ਕਿਉਂਕਿ ਸਾਰੇ ਰਿਸ਼ਤੇਦਾਰ ਵੀ ਅਨਪੜ੍ਹ ਹੁੰਦੇ ਹਨ, ਸੋ ਉਹ ਇੱਕ ਮਤ ਹੋ ਕੇ ਕਹਿੰਦੇ ਹਨ ਕਿ ਇਸ ਨੂੰ ਤਾਂ ਕਿਸੇ ਦੀ ਰੂਹ ਚਿੰਬੜ ਗਈ। ਅਨਪੜ੍ਹਾਂ ਜਾਂ ਪੇਂਡੂਆਂ ਨੂੰ ਭੂਤ ਚਿੰਬੜਦੇ ਹਨ, ਜਦੋਂ ਕਿ ਸ਼ਹਿਰੀਆਂ ਜਾਂ ਪੜ੍ਹੇ ਲਿਖਿਆਂ ਦਾ ਦਿਮਾਗ ਖਰਾਬ ਹੁੰਦਾ ਹੈ। ਕਈ ਲੋਕ ਆਪਣੇ ਵਧੇਰੇ ਗਿਆਨਵਾਨ ਹੋਣ ਦਾ ਪ੍ਰਗਟਾਵਾ ਕਰਦਿਆਂ ਅਨਪੜ੍ਹਾਂ ਨੂੰ ਆਪਣੇ ਨਾਲ ਬੀਤੀਆਂ ਭੂਤਾਂ ਪ੍ਰੇਤਾਂ ਦੀਆਂ ਮਨਘੜਤ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ। ਭੂਤ ਅਨਪੜ੍ਹਾਂ ਅਤੇ ਪਛਾਣ ਖਿੱਚੂਆਂ ਅਤੇ ਅੰਧ ਵਿਸ਼ਵਾਸੀਆਂ ਦੇ ਪਛੜੇ ਇਲਾਕਿਆਂ ਵਿੱਚ ਰਹਿੰਦੇ ਹਨ। ਕਈ ਲੋਕ ਦੂਜਿਆਂ ਦੇ ਮਨ ਵਿੱਚ ਪਹਿਲਾਂ ਹੀ ਬੈਠੇ ਡਰ ਨੂੰ ਵਧਾਉਣ ਲਈ ਕਈ ਸ਼ਰਾਰਤਾਂ ਵੀ ਕਰਦੇ ਹਨ। ਵਿਗਿਆਨ ਅਤੇ ਟੈਕਨੋਲੋਜੀ ਦੇ ਪ੍ਰਭਾਵ ਅਧੀਨ ਮਨੁੱਖ ਦੀ ਸੋਚ ਤਰਕਸ਼ੀਲ ਹੋ ਰਹੀ ਹੈ। ਮਨੁੱਖ ਜ਼ਿੰਦਗੀ ਮੌਤ ਦੇ ਭੇਤਾਂ ਨੂੰ ਸਮਝਣ ਦੇ ਸਮਰੱਥ ਹੋ ਰਿਹਾ ਹੈ। ਮਨੁੱਖ ਇਤਨਾ ਸ਼ਕਤੀਸ਼ਾਲੀ ਹੋ ਰਿਹਾ ਹੈ ਕਿ ਹੁਣ ਭੂਤ ਪ੍ਰੇਤ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਣਗੇ। ਪਹਿਲਾਂ ਮਨੁੱਖ ਭੂਤਾਂ ਤੋਂ ਡਰਦਾ ਰਿਹਾ ਹੈ, ਹੁਣ ਭੂਤ ਮਨੁੱਖ ਤੋਂ ਡਰਨਗੇ। ਸੋ ਇਸ ਦੇ ਨਾਲ ਹੀ ਇਹ ਲੇਖ ਵੀ ਖਤਮ ਹੁੰਦਾ ਹੈ। ਫਿਰ ਮਿਲਾਂਗੇ ਅਗਲੇ ਲੇਖ ਨਾਲ। ਧੰਨਵਾਦ।